लो जी। आज उठते टीवी लाया ते उत्थे एक गाना वज रहा सी। आवाज़ आई, हमें तुमसे प्यार है। मैं कहा, खैर होवे। अज सवेरे सवेरे सानू किहदे नाल प्यार हो गया। पता चलिया जी अज शामी सारिਆਂ ने टिंडे भांडे खड़काने ने ते चिट्टा लीड़ा लभ के ਉਹਦਾ झंडा बनाना है ते ਉਹ लहराना है ਤੇ ਫਿਰ ਆਪਣੀ ਵੀਡੀਓ ਬਣਾਉਣੀ ਹੈ ਤੇ ਕਿਸੇ ਨਾ ਕਿਸੇ ਚੈਨਲ ਨੂੰ ਭੇਜ ਦਿਓ ਤੇ ਤਾਂ ਕਿ ਅਸੀਂ ਆਪਣੇ ਡਾਕਟਰਾਂ ਨੂੰ ਦੱਸ ਸਕੀਏ ਕਿ ਹमें उनसे कितना प्यार है। ਇਹ ਜਿਹੜੀ ਨਕਲ ਮਾਰਨ 'ਚ ਤੁਸੀਂ ਚਾਰ ਜੁੱਤੀਆਂ ਅੱਗੇ ਨਿਕਲ ਜਾਂਦੇ ਹੋ ਨਾ ਤੇ ਅਕਲ ਨੂੰ ਵੀ ਹੱਥ ਮਾਰ ਲਵੋ। ਇਹ ਜਿੰਨਾ ਮੁਲਕਾਂ ਦੀਆਂ ਤੁਸੀਂ ਨਕਲਾਂ ਲਾ ਰਹੇ ਹੋ ਨਾ, ਉੱਥੇ ਜਦੋਂ ਡਾਕਟਰਾਂ ਨੇ ਅਪੀਲ ਕੀਤੀ ਕੌਮ ਦੇ ਨਾਲ ਕਿ ਆਪਣੇ ਘਰ ਤੋਂ ਬਾਹਰ ਨਾ ਨਿਕਲੋ, ਇਹਤਿਆਤ ਕਰੋ ਤੇ ਸਾਡੇ 'ਤੇ ਬੋਝ ਐਕਸਟਰਾ ਨਾ ਪਾਓ, ਤੇ ਉਹ ਸਾਰੇ ਘਰ ਰਵੇ। ਉਹਨਾਂ ਨੇ ਇਹਤਿਆਤ ਕੀਤੀ ਤੇ ਤੁਸੀਂ ਇਹ ਜਿਹੜਾ ਝੰਡਾ ਲਹਿਰਾ ਕੇ 50 ਬੰਦਿਆਂ ਦੀ ਅਫਤਾਰੀ ਦੀ ਲਾਈਨ 'ਚ ਲੱਗ ਜਾਣਾ ਨਾ, ਇਹਦਾ ਡਾਕਟਰ ਨੂੰ ਕੋਈ ਸਵਾਬ ਨਹੀਂ ਜੇ ਮਿਲਣਾ। ਡਾਕਟਰ ਦੀ ਜ਼ਿੰਦਗੀ ਵੀ ਉਨੀ ਹੀ ਜ਼ਰੂਰੀ ਹੈ ਉਹਦੇ ਲਈ, ਉਹਦੇ ਖਾਨਦਾਨ ਲਈ, ਜਿੰਨੀ ਮੇਰੀ ਔਰ ਤੁਹਾਡੀ ਜ਼ਿੰਦਗੀ ਜ਼ਰੂਰੀ ਹੈ ਆਪਣੇ ਆਪਣੇ ਖਾਨਦਾਨ ਲਈ। ਖੁਦਾ ਦੇ ਵਾਸਤੇ ਇਹ ਡਾਕਟਰਾਂ 'ਤੇ ਰਹਿਮ ਕਰੋ ਤੇ ਹਕੂਮਤ ਤੁਹਾਡਾ ਕੁਛ ਨਹੀਂ ਕਰ ਸਕਦੀ। ਇਹਤਿਆਤ ਕਰੋ, ਘਰ ਰਹੋ ਤੇ ਇਸ ਬਿਮਾਰੀ ਤੋਂ ਆਪ ਵੀ ਬਚੋ ਤੇ ਲੋਕਾਂ ਨੂੰ ਵੀ ਬਚਾਓ। ਟੀਵੀ ਬੰਦ ਕੀਤਾ, ਸੋਸ਼ਲ ਮੀਡੀਆ ਖੋਲ੍ਹਿਆ, ਅਸੀਂ ਵੇਖਿਆ ਜੀ ਚਲੋ ਇੱਥੇ ਦੇਖੀਏ ਕੀ ਹੋ ਰਿਹਾ। ਉੱਥੇ ਖੋਲ੍ਹਿਆ ਤੇ ਜਨਾਬ ਹਰ ਥਾਂ 'ਤੇ ਲੱਗਾ ਹੋਇਆ ਹੈ, ਅੰਮੀ ਜੀ ਆਈ ਲਵ ਯੂ, हैप्पी मदर्स डे। लो जी, हर बंदा उत्थे अम्मी जी मुझे तुमसे प्यार है लिख लिख के ला रहा है, अम्मी दे नाल एक सैल्फी ला रहा है या अम्मी दी जवानी दी तस्वीर ला रहा है, तो उसदे बाद ना बह के वेट कर रहा है किन्ने बंदियां ने लाइक किया, किन्ने बंदे रीटवीट हो गए, मेरी स्टोरी किन्ने बंदियां ने वेख लई। ये काकेओ ਤੁਹਾਡੇ ਚੋਂ 90% ਦੀ ਮਾਂ ਨਾ ਇੰਸਟਾਗ੍ਰਾਮ 'ਤੇ, ਨਾ ਫੇਸਬੁੱਕ 'ਤੇ, ਨਾ ਟਵਿੱਟਰ 'ਤੇ ਹੈ ਅਤੇ ਉਹ ਕਿਚਨ 'ਚ ਅਫਤਾਰੀ ਬਣਾ ਰਹੀ ਹੈ ਅੱਲਾ ਦੇ ਵਾਸਤੇ। ਉਹਨੂੰ ਜਾ ਕੇ ਡਾਇਰੈਕਟ ਦੱਸੋ, ਅੰਮੀ ਜੀ ਮੈਂ ਤੁਮਸੇ ਬੜਾ ਪਿਆਰ ਕਰਤਾ ਹੂੰ ਜਾਂ ਕਰਤੀ ਹੂੰ। ਉਹਦਾ ਕੋਈ ਹੱਥ ਵਡਾ ਦਿਓ ਅਤੇ ਉਹ ਖੁਸ਼ ਹੋ ਜਾਏਗੀ ਪੂਰਾ। ਮਗਰ ਮੇਰਾ ਸਵਾਲ ਇੱਕ ਹੋਰ ਵੀ ਹੈ ਕਿ ਇਹ ਸਾਨੂੰ ਸਾਲ 'ਤੇ ਇੱਕ ਦਿਨ ਜਿਹੜਾ ਮਾਂ ਦੇ ਇਹਤਰਾਮ, ਪਿਆਰ ਔਰ ਅਖੀਰ ਕਿਸਮ ਦੇ ਜਜ਼ਬੇ ਦੀ ਢਿੱਡ ਪੀੜ ਉੱਠਦੀ ਹੈ, ਇਹ ਬਾਕੀ ਸਾਲ ਕੀ ਹੋ ਜਾਂਦਾ। ਅੱਡ ਦਿਹਾੜ ਉਹ ਤੇ ਜੋੜੇ ਵੀ ਵਿਕਦੇ ਨੇ, ਫੁੱਲ ਚੱਲ ਰਹੇ ਹੁੰਦੇ ਨੇ, ਕੇਕ ਚੱਲ ਰਹੇ ਹੁੰਦੇ ਨੇ। ਕਰੋਨਾ ਦੀ ਵਜ੍ਹਾ ਤੋਂ ਉਹ ਦਿਹਾੜੀ ਤੇ ਮਰ ਗਈ, ਮਗਰ ਉਹ ਤੇਲ ਵੇਚਣ ਵਾਲਿਆਂ ਦਾ ਇਸ਼ਤਿਹਾਰ ਹਾਲੇ ਵੀ ਚੱਲ ਰਿਹਾ ਜਿਸ 'ਚ ਮਾਂ ਦਾ ਸਾਰਾ ਪਿਆਰ ਜਿਹੜਾ ਨਾ ਇੱਕ ਤਲੇ ਦੇ ਸਮੋਸੇ ਦੇ ਬਰਾਬਰ ਹੈ। ਅਤੇ ਕਹਿਣਾ ਮੈਂ ਇਹ ਸੀ ਕਿ ਜੇ ਤੁਸੀਂ ਵਾਕਈ ਮਾਂ ਦਾ ਇਹਤਰਾਮ ਉਸ ਤਰ੍ਹਾਂ ਕਰਦੇ ਹੋ ਜਾਂ ਕਰਨਾ ਚਾਹੁੰਦੇ ਹੋ ਜਿਸ ਤਰ੍ਹਾਂ ਤੁਸੀਂ ਅੱਜ ਸੋਸ਼ਲ ਮੀਡੀਆ 'ਤੇ ਤਕਰੀਰ ਕਰਕੇ ਦੱਸ ਰਹੇ ਹੋ, ਅਤੇ ਉਹ ਨਜ਼ਰ ਕਿਉਂ ਨਹੀਂ ਆਉਂਦਾ। ਆਪਣੇ ਇਰਦ ਗਿਰਦ ਦੇ ਮਾਸ਼ਰਤੀ ਰਵੱਈਆਂ ਨੂੰ ਦੇਖੋ ਅਤੇ ਕੀ ਤੁਹਾਨੂੰ ਲੱਗਦਾ ਹੈ ਕਿ ਉਹ ਮਾਂ ਦੇ ਇਹਤਰਾਮ ਔਰ ਇੱਜ਼ਤ ਦੀ ਤਰਫ ਜਾ ਰਹੇ ਨੇ? ਨਹੀਂ। ਤੁਹਾਡੀ ਨਸਲੀ ਤੋਂ ਨਸਲੀ ਅਤੇ ਵਾਹਿਯਾਤ ਗੱਲ ਮਾਂ ਦੇ ਨਾਂ ਤੋਂ ਸ਼ੁਰੂ ਹੁੰਦੀ ਹੈ, ਜਿਹਨੂੰ ਤੁਸੀਂ ਅੱਧਾ ਸੈਕਿੰਡ ਵੀ ਨਹੀਂ ਸੋਚ ਕੇ ਕੱਢਦੇ ਕਿ ਇਹਦਾ ਮਤਲਬ ਕੀ ਹੈ ਔਰ ਇਹ ਕਿੰਨੀ ਬੇਇੱਜ਼ਤੀ ਹੈ ਇੱਕ ਮਾਂ ਦੀ। ਕਿ ਦੂਜੀ ਚੀਜ਼ ਜਿਹੜੀ ਬੜੇ ਆਰਾਮ ਨਾਲ ਅਸੀਂ ਭੁੱਲ ਜਾਂਦੇ ਹਾਂ ਉਹ ਇਹ ਹੈ ਕਿ ਮਾਂ ਇੱਕ ਔਰਤ ਵੀ ਹੈ। ਔਰਤ ਦੀ ਇੱਜ਼ਤ ਤੇ ਅਸੀਂ ਕਰ ਨਹੀਂ ਸਕਦੇ ਤੇ ਮਾਂ ਦੀ ਇੱਜ਼ਤ ਕਿਵੇਂ ਕਰਾਂਗੇ। ਤੀਸਰੀ ਚੀਜ਼ ਕਿ ਮਾਂ ਨੂੰ ਕਿਉਂ ਅਸੀਂ ਸਮਝ ਲੈਂਦੇ ਹਾਂ ਕਿ ਇੱਕ ਮਾਂ ਨਾ ਹੋਈ ਇੱਕ ਗੱਡ ਹੈ ਜਿਹਦੇ ਉੱਤੇ ਖਾਨਦਾਨ, ਅਸੀਂ, ਤੁਸੀਂ, ਉਹਦਾ ਆਪਣਾ ਖਾਨਦਾਨ, ਉਹਦਾ ਸਸੁਰਾਲ, ਹਰ ਚੰਗੀ ਬੁਰੀ ਗੱਲ ਦਾ ਬੋਝ ਪਾਈ ਜਾਂਦਾ। ਉਹਨੂੰ ਅਸੀਂ ਉਹਦੇ ਲਈ ਇਹੀ ਸੋਚ ਲੈਂਦੇ ਇਹ ਕਰ ਸਕਦੀ ਹੈ, ਇਹ ਕਰੇਗੀ ਤਾਂ ਚੰਗੀ ਮਾਂ ਹੈ, ਇਹ ਕਰੇਗੀ ਤਾਂ ਹੋਰ ਚੰਗੀ ਮਾਂ ਹੈ। ਉਹਦੀ ਆਪਣੀ ਜ਼ਿੰਦਗੀ ਆਪਣੇ ਹਿਸਾਬ ਨਾਲ ਗੁਜ਼ਾਰਨ ਦੀ ਅਸੀਂ ਤਾਂ ਉਹਨੂੰ ਉਹ ਚੋਇਸ ਹੀ ਨਹੀਂ ਦਿੰਦੇ ਹਾਂ। ਅਸੀਂ ਉਹਨੂੰ, ਅਗਰ ਤੁਹਾਡਾ ਖਿਆਲ ਹੈ ਕਿ ਅਸੀਂ ਦਿੰਦੇ ਹਾਂ ਔਰ ਅਸੀਂ ਇਸ ਚੀਜ਼ ਦੀ ਕਦਰ ਵੀ ਕਰਨੇ ਹੈ ਕਿ ਉਹਦੀ ਆਪਣੀ ਜ਼ਿੰਦਗੀ ਹੈ ਔਰ ਉਹ ਜ਼ਿੰਦਗੀ ਕਿਤਨੀ ਇੰਪੋਰਟੈਂਟ ਹੈ, ਅਤੇ ਤੁਸੀਂ ਕਿਸੇ ਵੀ ਚੈਨਲ ਨੂੰ ਖੋਲ੍ਹੋ ਅਤੇ 7 ਤੋਂ 8 ਵਜੇ ਜਾਂ 8 ਤੋਂ 9 ਵਜੇ ਵਾਲੇ ਡਰਾਮੇ ਨੂੰ ਵੇਖ ਲਓ।
ਹਰ ਇੱਕ ਡਰਾਮੇ 'ਚ ਪਿਓ ਮਾਂ ਦੀ ਅਖੀਰ ਬਿਸਤੀ ਕਰ ਰਿਹਾ ਚਾਹ ਠੰਡੀ ਦੇਣ ਤੇ। ਵੈਸੇ ਤੇ ਉਂਝ ਵੀ ਅਸੀਂ ਹੁਣ ਗਰਮ ਖਾਣਾ ਨਾ ਦੇਣ ਤੇ ਮਾਂ ਨੂੰ ਸਾੜ ਵੀ ਦਿੰਦੇ ਹਾਂ, ਉਹ ਅਲੱਗਾ ਗੱਲ ਹੈ। ਮਾਂ ਜਿਹੜੀ ਹੈ ਉਹ ਇੱਕ ਪੈਰ 'ਤੇ ਖੜੀ ਹੈ ਕਿ ਪੁੱਤਰ ਜਿਹੜਾ ਹੈ ਉਹ ਹੁਣ ਮੈਂ ਪੁੱਤਰ ਦੇ ਸਿਰੇ ਪਈ ਹਾਂ ਅਤੇ ਪੁੱਤਰ ਨਾਰਾਜ਼ ਨਾ ਹੋ ਜਾਏ, ਮੈਨੂੰ ਘਰੋਂ ਨਾ ਕੱਢ ਦੇਵੇ। ਮਾਂ ਜਿਹੜੀ ਹੈ ਉਹ ਜੇ ਤੰਗ ਆ ਕੇ ਕਵੇ ਕਿ ਮੈਂ ਤੁਹਾਡੇ ਪਿਓ ਨਾਲ ਜਾਂ ਆਪਣੇ ਖਸਮ ਨਾਲ ਨਹੀਂ ਰਹਿਣਾ ਚਾਹੁੰਦੀ, ਅਤੇ ਹਰ ਡਰਾਮਾ ਉਹਨੂੰ ਸਿਰਫ ਇੱਕੋ ਰੋਸ਼ਨੀ 'ਚ ਦਿਖਾਉਂਦਾ ਹੈ, ਔਰ ਉਹ ਰੋਸ਼ਨੀ ਹੈ ਕਿ ਉਹ ਬਗੈਰਤ ਔਰ ਬਦ ਕਿਰਦਾਰ ਹੈ, ਕਿਉਂਕਿ ਇਹਨੂੰ ਘਰ ਬਣਾਉਣਾ ਨਹੀਂ ਆਉਂਦਾ, ਘਰ ਤੋੜ ਕੇ ਅੱਗੇ ਚਲੀ ਗਈ। ਉਹ 'ਚ ਪੂਰਾ ਟੱਬਰ ਉਹਨੂੰ ਇਹੀ ਸੁਣਾਉਂਦਾ ਕਿ ਤੇਰੀਆਂ ਦੀ ਧੀਆਂ ਰੁੱਲ ਜਾਣੀਆਂ, ਕਿਸੇ ਨੇ ਉਹਨੂੰ ਰਿਸ਼ਤਾ ਨਹੀਂ ਦੇਣਾ, ਕਿਸੇ ਨੇ ਖਾਨਦਾਨ 'ਚ ਤੈਨੂੰ ਮੂੰਹ ਨਹੀਂ ਲਾਉਣਾ, ਕਿਉਂਕਿ ਤੂੰ ਤਾਂ ਬੜੀ ਬੁਰੀ ਮਾਂ ਹੈ। ਕੋਈ ਇਹ ਨਹੀਂ ਦੱਸਦਾ ਕਿ ਕਿਸ ਜ਼ਿਹਨੀ ਦਬਾਓ ਔਰ ਕਿੰਨੀ ਤਕਾਲੀਫ ਦੇ ਬਾਅਦ ਇੱਕ ਮਾਂ ਨੇ ਇਹ ਫੈਸਲਾ ਕੀਤਾ ਕਿ ਉਹ ਘਰ ਅਲੱਗਾ ਕਰ ਲੈਂਦੀ ਹੈ। ਸਿੰਗਲ ਮੋਮਸ, ਸਾਡੇ ਮਾਸ਼ਰੇ 'ਚ ਕੋਈ ਵੀ ਸਿੰਗਲ ਮੋਮ ਨੂੰ ਮਿਲੇ ਤਾਂ ਸਭ ਤੋਂ ਪਹਿਲੇ ਪੁੱਛਦਾ ਇਹ ਤੁਹਾਡੇ ਬੱਚੇ ਦੇ ਅੱਬੂ ਜੀ ਕਿੱਥੇ ਨੇ। ਜੇ ਅੱਬੂ ਜੀ ਫੌਤ ਹੋ ਗਏ ਹੋਣ ਤੇ 10 ਨੰਬਰ ਇਜ਼ਾਜ਼ੀ ਕਿ ਮਾਂ ਬੜੀ ਮਿਹਨਤ ਕਰਕੇ ਬੱਚਾ ਪਾਲ ਰਹੀ ਹੈ। ਜੇ ਉਹ ਕਵੇ ਕਿ ਮੈਂ ਤਲਾਕ ਲੈ ਲਈ ਸੀ ਤੇ ਫੌਰਨ ਉਹਦੇ 50 ਨੰਬਰ ਕੱਟ ਦਿਓ ਕਿ ਜ਼ਰੂਰ ਇਹਦੇ ਕੋਈ ਬਾਹਰ ਕੰਮ ਕਰਦੀ ਹੈ ਨਾ, ਕੋਈ ਬਗੈਰਤੀ ਬਦਕਿਰਦਾਰੀ ਹੋਏਗੀ, ਐਸੇ ਲਈ ਉਹਨੇ ਨਾ ਛੱਡ ਦਿੱਤਾ। ਜੇ ਮੇਰੀ ਮੰਨੋ ਤੇ ਅੱਜ ਦੇ ਮਦਰਸ ਡੇ 'ਚ ਮਾਸ਼ਰਤੀ ਰਵੱਈਆਂ ਨੂੰ ਤਬਦੀਲ ਕਰਨ 'ਤੇ ਗੌਰ ਕਰੋ। ਔਰਤ ਦੀ ਇੱਜ਼ਤ ਕਰੋ, ਉਹਦੀ ਇੱਜ਼ਤ ਕਰਨ ਦਾ ਪ੍ਰਚਾਰ ਕਰੋ। ਮਾਂ ਇੱਕ ਔਰਤ ਹੁੰਦੀ ਹੈ। ਜੇ ਤੁਸੀਂ ਔਰਤ ਦੀ ਇੱਜ਼ਤ ਨਹੀਂ ਕਰ ਸਕਦੇ ਤੇ ਮਾਂ ਦੀ ਵੀ ਇੱਜ਼ਤ ਨਹੀਂ ਕਰ ਸਕਦੇ। ਆਪਣੀ ਮਾਂ ਲਈ ਕੁਛ ਨਹੀਂ ਕਰ ਸਕੇ ਸੋ ਤੇ ਆਪਣੇ ਬੱਚਿਆਂ ਦੀ ਮਾਂ ਲਈ ਕਰ ਲਓ। ਆਪਣੇ ਪੁੱਤਰਾਂ ਨੂੰ ਸਹੀ ਤਰਗੀਬ ਦਿਓ ਕਿ ਉਹ ਔਰਤ ਦੀ ਇੱਜ਼ਤ ਕਰਨਾ ਸਿੱਖਣ ਤੇ ਮਾਂ ਨੂੰ ਇੱਕ ਗਧਾ ਗਾੜੀ ਨਾ ਸਮਝਣ ਜਿਸ 'ਤੇ ਸਭ ਕੁਝ ਲਾਦ ਕੇ ਤੇ ਭੁੱਲ ਜਾਓ ਤੇ ਉਸ ਤੋਂ ਉਮੀਦ ਰੱਖੋ ਤੁਰੀ ਜਾਏ, ਤੁਰੀ ਜਾਏ ਤੇ ਤੁਰੀ ਜਾਏ।